ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ 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 ਵਾਹਿਗੁਰੂ। ਤੁਧ ਆਗੈ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ। ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ। ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦਾ ਸਪਾਕ ਸਮੇਂ ਬਖਸ਼ੇ ਨੇ, ਨਿਤਨੇਮ ਦੀਆਂ ਅਮੋਲਕ ਦਾਤਾਂ ਬਖਸ਼ਿਸ਼ ਕੀਤੀਆਂ ਨੇ ਮਹਾਰਾਜ ਨੇ। ਜਿੰਨੀਆਂ ਵੀ ਸੰਗਤਾਂ ਆਪ ਜੀ ਸਮੇਂ ਦਾ ਲਾਹਾ ਪ੍ਰਾਪਤ ਕਰ ਰਹੇ ਹੋ, ਸਭ ਧੰਨਤਾ ਦੇ ਯੋਗ ਵੱਡਿਆਂ ਕਰਮਾਂ ਵਾਲੇ ਹੋ ਜੀ। ਸਤਿਗੁਰੂ ਕੋ ਜਿੰਨਾ ਕੁ ਸਮਾਂ ਮਹਾਰਾਜ ਬਖਸ਼ਦੇ ਨੇ, ਅਗਾਧ ਬੋਧ ਗੁਰਬਾਣੀ ਦੀ ਕਥਾ ਵਿਚਾਰ ਜੋ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਮਨ ਕਰਕੇ ਵਿਚਾਰੀਏ, ਸੁਣੀਏ, ਸੁਣਾਈਏ, ਹਿਰਦੇ ਵਸਾਉਣ ਦਾ ਯਤਨ ਕਰੀਏ। ਜਬ ਲਗ ਦੁਨੀਆ ਰਹੀ ਹੈ ਨਾਨਕ, ਇਸ ਸੁਣੀਏ ਕਿਛ ਕਹੀਏ। ਪਾਲ ਰਹੇ ਹਮ ਰਹਿਣ ਨਾ ਪਾਇਆ, ਜੀਵ ਤੇ ਅਮਰ ਰਹੀ। ਕੱਲ ਜੋ ਵਿਚਾਰ ਕਰ ਰਹੇ ਸਾਂ, ਬੰਦਾ ਕਈ ਵਾਰ ਬਾਹਰੀ ਕਿਤਾਬਾਂ ਪੜ੍ਹ ਕੇ ਲੋਕਾਂ ਨੂੰ ਦੱਸਦਾ, ਮੈਂ ਇੰਨੇ ਗ੍ਰੰਥ ਪੜ੍ਹ ਲਏ, ਮੇਰੀ ਕੋਈ ਰੀਸ ਨਹੀਂ ਕਰ ਸਕਦਾ। ਹਉਮੈ ਦਾ ਭਾਰ ਚੁੱਕ ਲੈਂਦਾ, ਖੋਤੇ ਵਾਂਗ ਹਉਮੈ ਦਾ ਭਾਰ ਢੋਂਦਾ ਰਹਿੰਦਾ ਸਾਰੀ ਉਮਰ। ਇਸ ਤਰ੍ਹਾਂ ਕੋਈ ਲਾਭ ਨਹੀਂ ਉਹਨੂੰ ਪ੍ਰਾਪਤ ਹੁੰਦਾ। ਆਪਣੇ ਵਿਸ਼ੇ ਵਿਕਾਰਾਂ ਦੇ ਵਿੱਚ ਉਹ ਸਵਾਹ ਵਿੱਚ ਲਿਟ ਕੇ ਆਪਣਾ ਪਰਲੋਕ ਵਿਗਾੜ ਲੈਂਦਾ। ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ, ਜੇਕਰ ਪੁਸਤਕਾਂ ਪੜ੍ਹਨ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਫਿਰ ਸਰੀਰ ਨੂੰ ਸ਼ੁੱਧ ਕਰ ਲਈਏ। ਜੇ ਕੇਵਲ ਆ ਵੀ ਬਾਹਰੀ ਪੜ੍ਹਨ ਨਾਲ ਕੁਛ ਮਿਲਦਾ ਨਹੀਂ, ਫਿਰ ਸਰੀਰ ਨੂੰ ਸ਼ੁੱਧਤਾ ਅਨੁਸਾਰ ਕਰਮ ਕਰੀਏ। ਫਿਰ ਮਹਾਰਾਜ ਕਹਿੰਦੇ, ਭਾਈ ਕਾਇਆ ਸੋਚ ਨਾ ਪਾਈਐ, ਬਿਨ ਹਰ ਭਗਤ ਪਿਆਰ।
ਕਹਿੰਦੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦੇ ਪਿਆਰ ਤੋਂ ਬਿਨਾ ਨਿਰਾ ਆ ਕਾਇਆ ਕਹੀਏ ਸਰੀਰ ਨੂੰ, ਸੋਚ ਕਹੀਏ ਪਵਿੱਤਰ ਕਰਨ ਨਾਲ, ਭਾਵ ਯੋਗਾ ਅਭਿਆਸ ਨੇਤੀ ਧੋਤੀ ਆਦਿ ਕਰਨ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ। ਬਿਨ ਹਰ ਭਗਤ ਪਿਆਰ, ਜਿੰਨਾ ਮਰਜ਼ੀ ਬੰਦਾ ਸੁੱਚਤਾ ਰੱਖੇ, ਨੇਤੀ ਧੋਤੀ ਕਰੇ, ਯੋਗਾ ਅਭਿਆਸ ਕਰੇ, ਕੁੰਡਲੀ ਨਾੜੀ ਰਾਹੀਂ ਸਵਾਸ ਚੜ੍ਹਾਵੇ 10ਵੇਂ ਦਵਾਰ 'ਚ, ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ। ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ ਕਿ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦਾ ਨਾਮ ਸਾਨੂੰ ਕਦੇ ਵੀ ਨਾ ਭੁੱਲੇ। ਇਸ ਪ੍ਰਕਾਰ ਜੋ ਬੇਨਤੀ ਕਰਦੇ ਨੇ ਉਹਨਾਂ ਨੂੰ ਗੁਰੂ ਅਕਾਲ ਪੁਰਖ ਪਰਮੇਸ਼ਰ ਜੋ ਸਾਰਿਆਂ ਦਾ ਕਰਤਾ ਹੈ, ਆਪਣੇ ਨਾਮ ਦੇ ਨਾਲ ਮੇਲ ਲੈਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੱਚਖੰਡ ਵਿੱਚ ਜਾ ਕੇ ਗੁਰੂ ਧਾਰਿਆ। ਉਸੇ ਦਾ ਭਾਵ ਲੈ ਕੇ ਮਹਾਰਾਜ ਨੇ ਇਹ ਵਚਨ ਕੀਤਾ ਹੈ ਕਿ ਭਾਈ ਗੁਰੂ ਕਿਰਪਾ ਦੁਆਰਾ ਜਿਸ ਨੂੰ ਨਾਮ ਨਹੀਂ ਭੁੱਲਦਾ ਉਹਨੂੰ ਸਤਿਗੁਰੂ ਜੀ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮੇਲ ਦਿੰਦੇ ਨੇ। ਨਾਮ ਦੀ ਦਾਤ ਜ਼ਰੂਰੀ ਹੈ, ਬਾਰੀ ਨਹੀਂ। ਫਿਰ ਅਗਲਾ ਜਿਹੜਾ ਵਚਨ ਹੈ ਮਹਾਰਾਜ ਦਾ, ਅੱਗੇ ਫਿਰ ਪੂਰੇ ਗੁਰੂ ਦੀ ਗੱਲ ਆਉਂਦੀ ਹੈ। ਪੂਰਾ ਗੁਰੂ ਕੌਣ ਹੈ? ਅਧੂਰੇ ਬੜੇ ਫਿਰਦੇ ਨੇ ਸੰਸਾਰ 'ਚ, ਪੂਰਾ ਕੁਛ ਹੋਰ ਹੈ। ਜਿਸ ਪ੍ਰਕਾਰ ਇੱਕ ਸੋਟੀ ਹੁੰਦੀ ਹੈ ਨਾ, ਸੋਟੀ ਆਪ ਤਾਂ ਤਰਦੀ ਆ ਪਰ ਹੋਰ ਕਿਸੇ ਨੂੰ ਨਹੀਂ ਤਾਰ ਸਕਦੀ। ਸੋਟੀ ਜਿਹੜੀ ਆ, ਪੂਰਾ ਗੁਰੂ ਕੀ ਹੈ? ਇੱਕ ਅਨਤਾਰ ਹੁੰਦਾ ਹੈ ਜੋ ਕਿਨਾਰੇ ਤੇ ਬੈਠਾ ਲੋਕਾਂ ਨੂੰ ਦੱਸੀ ਜਾਂਦਾ ਕਿ ਪਾਣੀ ਥੋੜ੍ਹਾ ਹੈ ਜਾਂ ਜ਼ਿਆਦਾ ਹੈ, ਪਰ ਆਪ ਕਦੇ ਪਾਣੀ 'ਚ ਪ੍ਰਵੇਸ਼ ਨਹੀਂ ਕੀਤਾ ਹੁੰਦਾ ਉਹਨੇ। ਉਹਦੇ ਆਖੇ ਲੱਗ ਕੇ ਡੁੱਬਣ ਦਾ ਖਤਰਾ ਰਹਿੰਦਾ ਹੈ। ਪਰ ਜੋ ਜਹਾਜ਼ ਹੈ ਉਹ ਆਪ ਵੀ ਪਾਰ ਹੁੰਦਾ ਹੈ ਤੇ ਦੂਜਿਆਂ ਨੂੰ ਵੀ ਪਾਰ ਕਰ ਦਿੰਦਾ ਹੈ। ਇਸੇ ਪ੍ਰਕਾਰ ਜੋ ਆਪਣੇ ਆਪ ਨੂੰ ਅਵਧੂਤ ਗੁਰੂ ਖਵਾਉਂਦੇ ਨੇ, ਉਹਨਾਂ ਨੇ ਵਿਦਿਆ ਨਹੀਂ ਪੜ੍ਹੀ ਹੁੰਦੀ। ਕਿਸੇ ਮਹਾਤਮਾ ਦੇ ਬਚਨ ਨੂੰ ਮੰਨ ਕੇ ਆਪ ਤਾਂ ਉਹ ਮੁਕਤ ਹੋ ਜਾਂਦੇ ਨੇ, ਪਰ ਜੇ ਕੋਈ ਸ਼ੰਕਾ ਵਾਲਾ ਪੁਰਖ ਜਾਂ ਜਗਿਆਸੂ ਆ ਜੇ, ਉਹਦਾ ਸ਼ੰਕਾ ਉਹ ਮੇਟ ਕੇ ਉਸ ਨੂੰ ਬ੍ਰਹਮ ਗਿਆਨ ਨਹੀਂ ਕਰਾ ਸਕਦੇ। ਐਸੇ ਅਵਧੂਤ ਗੁਰੂ ਸੋਟੀ ਦੀ ਨਿਆਈ ਨੇ। ਆਪ ਤਾਂ ਜਿਵੇਂ ਸੋਟੀ ਤਰ ਸਕਦੀ ਆ ਪਰ ਦੂਜਿਆਂ ਨੂੰ ਨਹੀਂ ਤਾਰ ਸਕਦੀ। ਜਾਂ ਫਿਰ ਕੋਈ ਛੋਟਾ ਜੀਵ ਜਿਸ ਦੇ ਭਾਰ ਨਾਲ ਸੋਟੀ ਹੇਠਾਂ ਨੂੰ ਨਾ ਦਬਾਈ ਜਾ ਸਕੇ, ਉਹ ਸੋਟੀ ਦੇ ਆਸਰੇ ਡੁੱਬਣ ਤੋਂ ਬਚ ਕੇ ਤਰ ਸਕਦਾ, ਜਿਹੜਾ ਹਲਕਾ ਹੋਵੇ। ਇਸ ਤਰ੍ਹਾਂ ਜਿਹੜਾ ਕੋਈ ਸ਼ੰਕਾ ਨਾ ਕਰੇ, ਉਸ ਮਹਾਤਮਾ ਦੇ ਬਚਨ ਮੰਨ ਕੇ ਕਮਾਈ ਕਰਨ ਲੱਗ ਪਏ, ਉਹਦਾ ਆਧਾਰ ਹੋ ਸਕਦਾ ਹੈ। ਦੂਜਾ ਜੋ ਪੰਡਤ ਵਿਦਵਾਨ ਨੇ ਨਾ, ਉਹ ਗੁਰੂ ਬਣ ਕੇ ਦੁਨੀਆ ਨੂੰ ਉਪਦੇਸ਼ ਦਿੰਦੇ ਨੇ, ਪਰ ਆਪ ਕਮਾਈ ਨਹੀਂ ਜੀ ਕਰਦੇ। ਜਿਵੇਂ ਕੋਈ ਆਦਮੀ ਆਪ ਕਿਨਾਰੇ ਤੇ ਬਹਿ ਕੇ ਕਹੇ ਕਿ ਪਾਣੀ ਥੋੜ੍ਹਾ ਲੰਘ ਜਾਓ, ਉਹਦੇ ਆਖੇ ਲੱਗ ਕੇ ਕੋਈ ਪਾਣੀ ਵਿੱਚ ਪ੍ਰਵੇਸ਼ ਕਰ ਲਏ, ਡੂੰਘੇ ਪਾਣੀ ਵਿੱਚ ਜਾ ਕੇ ਡੁੱਬ ਵੀ ਸਕਦਾ। ਇਸ ਪ੍ਰਕਾਰ ਪੰਡਤ ਗੁਰੂ ਜਿਹੜੇ ਨੇ ਵਿਦਿਆ ਪੜ੍ਹ ਲਈ, ਸ਼ਾਸਤਰਾਂ ਦਾ ਗਿਆਨ ਪ੍ਰਾਪਤ ਹੋ ਗਿਆ,
ਲੋਕਾਂ ਨੂੰ ਸਮਝਾਉਣ ਲੱਗ ਪਏ ਕਿ ਸੰਸਾਰ ਸਮੁੰਦਰ ਤੁਛ ਮਾਤਰ ਹੀ ਹੈ, ਪਰ ਆਪ ਕਦੇ ਸੰਸਾਰ ਤੋਂ ਪਾਰ ਹੋਣ ਦਾ ਸਾਧਨ ਨਹੀਂ ਕੀਤਾ। ਐਸੇ ਅਨਤਾਰੂ ਦੇ ਆਖੇ ਲੱਗ ਕੇ ਜੋ ਸੰਸਾਰ ਸਮੁੰਦਰ ਤੋਂ ਤਰਨ ਦਾ ਯਤਨ ਕਰਦੇ ਆ, ਉਹ ਪਦਾਰਥਾਂ ਰੂਪੀ ਪਾਣੀ ਵਿੱਚ ਗੋਤੇ ਖਾ ਕੇ ਵਿੱਚ ਹੀ ਡੁੱਬ ਜਾਂਦੇ ਨੇ। ਆਪ ਕਦੇ ਯਤਨ ਨਹੀਂ ਕਰਦੇ। ਭਾਵ ਐਸਾ ਜੀਵਨ ਨਹੀਂ ਬਣਾਇਆ ਕਿ ਪਾਰ ਲੰਘ ਸਕਣ। ਸ਼ੰਕਾ ਰਹਿੰਦੀ ਹੈ, ਕਿਉਂਕਿ ਉਹਨਾਂ ਦਾ ਸੁਭਾਅ ਇਹ ਹੁੰਦਾ ਹੈ, ਮਾਇਆ ਕਾਰਨ ਵਿਦਿਆ ਵਿੱਚ ਹੈ, ਜਨਮ ਅਵਿਰਥਾ ਜਾਏ। ਸੁਰਤ ਕਦੇ ਮਿਲੀ ਨਹੀਂ ਪਰਮੇਸ਼ਰ ਨਾਲ। ਗਿਆਨ ਜ਼ਰੂਰ ਹੈ ਕਿ ਆਹ ਸਾਧਨ ਕਰ ਲਓ, ਆਹ ਸਾਧਨ, ਹੁਣ ਜਿਵੇਂ ਮੈਂ ਹੀ ਦੱਸੀ ਜਾਵਾਂ, ਆਹ ਕਰ ਲਓ ਜੀ, ਇੱਦਾਂ ਐਵੇਂ ਬੈਠਿਆ ਕਰੋ, ਚੌਕੜੇ ਲਾਇਆ ਕਰੋ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਿਆ ਕਰੋ। ਆਪ ਕਮਾਈ ਨਹੀਂ। ਕੀ ਤਰੂ ਬੰਦਾ ਜਦੋਂ ਆਪ ਭਾਣਾ ਰਜਾ ਮੰਨਣ ਦੀ ਗੱਲ ਆਉਂਦੀ ਹੈ, ਫਿਰ ਬੰਦਾ ਚੀਕਾਂ ਮਾਰਦਾ। ਆਪ ਪਾਰ ਲੰਘਣ ਦੀ ਗੱਲ ਹੁੰਦੀ ਆ, ਡੁੱਬਦਾ ਬੰਦਾ। ਭਾਵ ਲੋਕਾਂ ਨੂੰ ਹੀ ਉਪਦੇਸ਼ ਦਿੱਤਾ, ਆਪ ਕਦੇ ਕਮਾਇਆ ਨਹੀਂ। ਇਹ ਅਨਤਾਰੂ ਗੁਰੂ ਹੁੰਦਾ ਹੈ ਜੋ ਬਾਹਰੋਂ ਵਿਦਵਾਨ ਅਖਵਾਉਂਦਾ, ਡੁੱਬ ਜਾਂਦੇ ਨੇ। ਪਰ ਸਤਿਗੁਰੂ ਮਹਾਰਾਜ ਜੀ ਜਹਾਜ਼ ਦੀ ਨਿਆਈ ਨੇ। ਜਹਾਜ਼ ਤੇ ਭਾਵੇਂ ਪਿੰਡ ਨੂੰ ਚੜਾ ਦਿਓ, ਜਹਾਜ਼ ਸਾਰਿਆਂ ਨੂੰ ਪਾਰ ਕਰ ਦਿੰਦਾ ਹੈ। ਇਸ ਪ੍ਰਕਾਰ ਭਾਵੇਂ ਕਰੋੜਾਂ ਬ੍ਰਹਿਮੰਡਾਂ ਦੇ ਜੀਵ ਹੋਣ, ਉਹਨਾਂ ਸਾਰਿਆਂ ਨੂੰ ਗੁਰੂ ਸਾਹਿਬ ਜੀ ਜੋ ਬ੍ਰਹਮ ਸਰੋਤਰੀ, ਬ੍ਰਹਮ ਨਿਸ਼ਟੀ, ਬ੍ਰਹਮ ਦਾ ਸਰਵਣ ਕਰਾਉਣ ਵਾਲੇ, ਆਪ ਬ੍ਰਹਮ ਸਰੂਪ ਦੇ ਨਿਸ਼ਚੇ ਵਾਲੇ ਨੇ, ਉਹ ਜਹਾਜ਼ ਦੀ ਨਿਆਈ ਹੋ ਕਰਕੇ ਸਾਰਿਆਂ ਨੂੰ ਪਾਰ ਕਰ ਦਿੰਦੇ। ਆਪ ਵੀ ਉਹ ਜਹਾਜ਼ ਆਪ ਵੀ ਪਾਰ ਲੰਘਦਾ ਦੂਜਿਆਂ ਨੂੰ। ਫਿਰ ਇਹ ਨਹੀਂ ਹੈ ਕਿ ਮਾਏ ਮੁੰਦੂ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੁੱਬੇ ਚੌਬੇਦ ਮੈਂ ਚੇਲੇ ਦੀਏ ਭਾਈ। ਆਪ ਤਾਂ ਡੁੱਬਦਾ, ਚੇਲਿਆਂ ਨੂੰ ਵੀ ਡੁੱਬ ਲੈਂਦਾ। ਮਹਾਰਾਜ ਕਹਿੰਦੇ ਆ, ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸੇ ਗੁਰੂ ਕੋ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਉਹ ਆਪ ਤਾਂ ਮੁਕਤ ਰਹੇ। ਜਿਹੜਾ ਪਦਾਰਥਾਂ 'ਚ ਫਸਿਆ ਪਿਆ, ਮੋਹ ਮਾਇਆ 'ਚ ਫਸਿਆ ਪਿਆ, ਉਹ ਆਪ ਕੀ ਤਰੂਗਾ ਤੇ ਦੂਜਿਆਂ ਨੂੰ ਵੀ ਕੀ ਤਾਰੂ? ਜਦ ਉਹ ਆਪ ਹੀ ਨਹੀਂ ਇਹਨਾਂ 'ਚੋਂ ਮੁਕਤ ਹੋਇਆ, ਫਿਰ ਦੂਜਿਆਂ ਨੂੰ ਪਾਰ ਲੰਘਾਉਣ ਦਾ, ਲੰਘਣ ਦਾ ਸਾਧਨ ਕੀ ਦੱਸੂਗਾ? ਐਸੇ ਗੁਰੂ ਨਾਨਕ ਦੇਵ ਮਹਾਰਾਜ ਜੀ, ਜਿਨ੍ਹਾਂ ਕਲਯੁਗ ਦੇ ਜੀਵਾਂ ਨੂੰ ਤਾਰਨ ਲਈ ਪਰਮੇਸ਼ਰ ਵੱਲੋਂ ਪੂਰੇ ਗੁਰੂ ਦਾ ਰੂਪ ਧਾਰਨ ਕੀਤਾ। ਫਿਰ ਜਿਨ ਮਿਲ ਮਾਰੇ ਪੰਜ ਸੂਰ ਵੀਰ, ਐਸੋ ਕੌਣ ਬਲੀ। ਗੁਰੂ ਨਾਨਕ ਸਾਹਿਬ ਜੀ ਆਏ ਕਲਯੁਗ ਦੇ ਵਿੱਚ, ਕਲਯੁਗੀ ਜੀਵਾਂ ਦਾ ਪਾਰ ਉਤਾਰਾ ਕੀਤਾ ਹੈ। ਜਿਨ੍ਹਾਂ ਨੇ ਹੁਸ਼ਿਆਰ ਹੋ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪੰਜਾਂ ਵਿਕਾਰਾਂ ਨੂੰ ਸਮਾਪਤ ਕਰ ਦਿੱਤਾ, ਉਹ ਕਲਯੁਗ ਵਿੱਚ ਪੂਰਨ ਹੈ। ਜੋ ਪੰਜਾਂ ਦੇ ਵਸ ਵਿੱਚ ਹੈ, ਉਹ ਪੂਰਨ ਨਹੀਂ। ਗੁਰੂ ਸਾਹਿਬ ਜੀ ਪੂਰਨ ਗੁਰੂ ਸਤ ਸਰੂਪ ਨੇ, ਤ੍ਰੈ ਕਾਲ ਆਬਾਦ ਰੂਪ ਨੇ। ਸਤਿਗੁਰੂ ਜੀ ਚੇਤਨ ਸਰੂਪ ਨੇ। ਮਹਾਰਾਜ ਅਗਿਆਨ ਰੂਪ ਹਨੇਰੇ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਨੇ। ਗੁਰੂ ਪਦ ਗਿਰੀ ਧਾਤੂ ਤੋਂ ਬਣਿਆ। ਗਿਰ ਪਹਾੜ ਦਾ ਨਾਮ ਹੈ। ਗਿਰ ਕਹੀਏ ਪਹਾੜ, ਜੋ ਪਹਾੜ ਦੀ ਨਿਆਈ ਅਚਲ ਰਹਿਣ ਵਾਲੇ ਨੇ, ਜਿਨ੍ਹਾਂ ਨੂੰ ਕਾਮ, ਕ੍ਰੋਧ ਇਹ ਜਿਹੜੇ ਨੇ, ਇਹਨਾਂ ਦਾ ਕੋਈ ਵਿਘਨ ਨਹੀਂ ਪੈ ਸਕਦਾ। ਫਿਰ ਗਿਰ ਨਾਮ ਨਿਗਲਦਾ ਵੀ ਹੈ। ਅਗਿਆਨ ਨੂੰ ਨਿਗਲ ਜਾਣ ਵਾਲੇ ਨੇ। ਗਿਰ ਨਾਮ ਭਾਰੀ ਦਾ ਵੀ ਹੈ। ਸਤਿਗੁਰੂ ਸਭ ਤੋਂ ਵੱਡੇ, ਸਭ ਤੋਂ ਭਾਰੇ ਗੁਰੂ ਨੇ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੇ।
ਗਿਰ ਨਾਮ ਬਾਣੀ ਦਾ ਵੀ ਹੁੰਦਾ ਹੈ। ਗਿਰ ਕਹੀਏ ਬਾਣੀ, ਗੁਰੂ ਸਾਹਿਬ ਜੀ ਬਾਣੀ ਸਰੂਪ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਪ੍ਰਕਾਰ ਗਿਰ ਧਾਤੂ ਦੇ 4 ਅਰਥ ਨਿਕਲਦੇ। ਤੇ ਮਹਾਰਾਜ ਕਹਿੰਦੇ ਆ, ਸਤਿਗੁਰ ਪੂਰਾ ਜੀ ਮਿਲੈ, ਪਾਈਐ ਰਤਨ ਵਿਚਾਰ। ਐਸੇ ਪੂਰਨ ਸਤਿਗੁਰ ਦਾ ਜੇਕਰ ਮਿਲਾਪ ਹੋ ਜਾਵੇ ਤਾਂ ਸਤਿਗੁਰੂ ਜੀ ਪਾਸੋਂ ਸ਼ਬਦ ਸਰੂਪ ਰਤਨ ਦਾ ਵਿਚਾਰ ਪ੍ਰਾਪਤ ਕਰੀਦਾ। ਰਤਨ ਜੋ ਬ੍ਰਹਮ ਹੈ, ਜਿਸ ਨੂੰ ਵੇਖ ਕੇ ਕਿਸੇ ਹੋਰ ਪਦਾਰਥ ਦੀ ਪ੍ਰੀਤ ਨਾ ਰਵੇ, ਪਿਆਰ ਨਾ ਰਵੇ, ਐਸੇ ਸਰੂਪ ਦਾ ਵਿਚਾਰ ਪਾਈਦਾ। ਭੁੱਖ ਨਾ ਰਵੇ, ਰਤਨ ਦਾ ਵੈਰਾਗ ਹੈ। ਗੁਰੂ ਪਾਸੋਂ ਤਰਤੀਬਰ ਤਰਤਮ ਵੈਰਾਗ ਰੂਪ ਰਤਨ ਤੇ ਵਿਚਾਰ ਕਹੀਏ ਵਿਵੇਕ ਨੂੰ ਪਾਈਦਾ। ਮਨ ਦੀਜੈ ਗੁਰ ਆਪਣੈ, ਪਾਈਐ ਸਰਬ ਪਿਆਰ। ਕਹਿੰਦੇ ਆਪਣੇ ਸਤਿਗੁਰਾਂ ਨੂੰ ਆਪਣਾ ਮਨ ਭੇਟਾ ਕਰ ਦਈਏ, ਜੋ ਸਾਰਿਆਂ 'ਚ ਪ੍ਰੇਮ ਰੂਪ ਹੋ ਕੇ ਰਮਿਆ ਹੋਇਆ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਉਹ ਸਾਰਿਆਂ ਨੂੰ ਪਿਆਰ ਕਰਨ ਵਾਲੇ ਪਰਮਾਤਮਾ ਨੂੰ ਪਾ ਲਈਦਾ। ਸਾਰਿਆਂ ਵਿੱਚ ਜੋ ਪਿਆਰਾ ਅਸਤੀ ਭਾਂਤੀ ਪ੍ਰਿਆ ਰੂਪ ਹੋ ਕੇ ਨਿਵਾਸ ਕਰਦਾ ਹੈ, ਉਸ ਆਨੰਦ ਸਰੂਪ ਨੂੰ ਪਾ ਲੈਂਦਾ। ਜੋ ਪਿਆਰਾ ਸਾਰਿਆਂ ਦਾ ਆਤਮ ਸਰੂਪ, ਕਿਸੇ ਦਾ ਵੀ ਦੂਜਾ ਨਹੀਂ, ਸਾਰਿਆਂ ਦਾ ਆਪਣਾ ਆਪ ਰੂਪ ਹੈ, ਉਹ ਪਿਆਰੇ ਨੂੰ ਪਾ ਲੈਂਦਾ। ਉਹ ਪਰਮੇਸ਼ਰ ਸਾਰਿਆਂ ਨਾਲ ਪਿਆਰ ਕਰਨ ਵਾਲਾ, ਇੱਥੋਂ ਤੱਕ ਕਿ ਅਕਿਰਤ ਘਣਾ ਨੂੰ ਪਾਲਦਾ। ਪ੍ਰਭ ਨਾਨਕ ਸਦ ਬਖਸ਼ੰਦ, ਕਿਸੇ ਦੇ ਵੀ ਔਗਣ ਉਹ ਨਹੀਂ ਚਿਤਾਰਦਾ। ਐਸਾ ਜੋ ਕਿਰਪਾਲੂ ਹੈ, ਉਸ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ। ਮੁਕਤ ਪਦਾਰਥ ਪਾਈਐ, ਅਵਗਣ ਮੇਟਣ ਹਾਰ। ਸਤਿਗੁਰਾਂ ਤੋਂ ਫਿਰ ਐਸੀ ਮਿਹਰ ਕਿਰਪਾ ਹੋ ਜਾਂਦੀ ਹੈ। ਗੁਰੂ ਸਾਹਿਬ ਜੀ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ ਵਿਕਾਰਾਂ ਆਦਿ ਔਗੁਣਾਂ ਤੋਂ ਪਰੇ ਨੇ, ਉਹਨਾਂ ਦੇ ਮੇਟਣ ਵਾਲੇ ਨੇ। ਐਸੇ ਸਤਿਗੁਰਾਂ ਦੇ ਪਾਸੋਂ ਫਿਰ ਮੁਕਤੀ ਰੂਪੀ ਪਦਾਰਥ ਜਿਹੜਾ ਵਾ ਉਹ ਪ੍ਰਾਪਤ ਕਰ ਲੈਂਦਾ। ਬਾਣੀ ਵਿੱਚ ਇਹ ਪਦਾਰਥ ਕਥਨ ਕੀਤੇ ਨੇ, ਜਿਹੜੇ ਪਦਾਰਥ ਨੇ ਜਨਮ ਪਦਾਰਥ, ਨਾਮ ਪਦਾਰਥ, ਪ੍ਰੇਮ ਪਦਾਰਥ, ਗਿਆਨ ਪਦਾਰਥ ਤੇ ਕਹਿੰਦੇ ਮੁਕਤ ਪਦਾਰਥ। ਇਹ 4 ਪ੍ਰਕਾਰ ਦੀਆਂ ਸਵਰਗ ਦੀਆਂ ਮੁਕਤੀਆਂ ਮੰਨੀਆਂ ਨੇ। ਸ਼ਲੋਕ, ਸਮੀਪ, ਸਰੂਪ, ਸਾਉਜ। ਸ਼ਲੋਕ ਆਪਣੇ ਇਸ਼ਟ ਦੇਵਤਾ ਦੇ ਲੋਕ ਦੀ ਪ੍ਰਾਪਤੀ ਹੋ ਜਾਣੀ। ਸਮੀਪ ਜਿਹੜਾ ਹੁੰਦਾ ਵਾ ਆਪਣੇ ਇਸ਼ਟ ਦੇਵ ਦੇ ਨਿਕਟ ਵਰਤੀ ਹੋ ਜਾਣਾ। ਸਰੂਪ ਜਿਹੜਾ ਹੁੰਦਾ ਇਸ਼ਟ ਦੇਵਤਾ ਵਰਗਾ ਰੂਪ ਬਣ ਜਾਣਾ। ਚਤੁਰਭੁਜ ਆਦਿ। ਸਾਉਜ ਜਿਹੜਾ ਹੁੰਦਾ ਇਹ ਇੱਕ ਸਮੇਂ ਹਜ਼ਾਰਾਂ ਦੇ ਧਾਰ ਕੇ 1000 ਕੰਮ ਕਰ ਸਕਣਾ। ਪਰ ਉਤਪੱਤੀ ਪਾਲਣਾ ਤੇ ਲਾਇਤਾ ਜਿਹੜਾ ਵਾ ਇਹ ਈਸ਼ਵਰ ਨੇ ਆਪਣੇ ਹੱਥ ਰੱਖੀ ਹੈ। ਭਾਵ ਜਗਤ ਪੈਦਾ ਕਰਨਾ, ਜਗਤ ਦੀ ਪਾਲਣਾ ਕਰਨੀ, ਇਹ ਜਗਤ ਦਾ ਨਿਵਾਸ ਜਗਤ ਦਾ ਵਿਨਾਸ਼ ਕਰਨਾ, ਇਹਨਾਂ ਤਿੰਨਾਂ ਮੁਕਤੀਆਂ ਤੋਂ ਰਹਿਤ ਹੋਣਾ ਸਾਉਜ ਮੁਕਤੀ ਹੈ। ਜਿਸ ਤਰ੍ਹਾਂ ਲੂਣ ਦਾ ਡਲਾ ਜਿਹੜਾ ਨਾ ਪਾਣੀ 'ਚ ਘੋਲ ਦਈਏ, ਉਹ ਪਾਣੀ ਵਿੱਚ ਮਿਲ ਕੇ ਘੁਲ ਜਾਂਦਾ ਹੈ, ਪਰ ਜਦੋਂ ਸਵਾਦ ਦੇਖੀਏ ਤਾਂ ਲੂਣ ਦਾ ਸਵਾਦ ਆਉਂਦਾ ਹੈ। ਇਸ ਪ੍ਰਕਾਰ ਸਾਉਜ ਮੁਕਤੀ ਵਾਲੇ ਦੀ ਐਸੀ ਅਲਪਗਤਾ ਸਮਝੀ ਜਾਂਦੀ ਹੈ। ਤਿੰਨੇ ਮੁਕਤੀਆਂ ਉਤਪੱਤੀ, ਪਾਲਣਾ ਤੇ ਲੈਤਾ, ਉਹਨਾਂ ਤੋਂ ਰਹਿਤ ਹੋਣ ਕਰਕੇ ਇਹ 4 ਵਿਕੁੰਠ ਦੀਆਂ ਮੁਕਤੀਆਂ ਨੇ। ਪਰ ਜੋ ਮੁਕਤ ਪਦ ਦਾ ਅਸਲੀ ਅਰਥ ਕੇਵਲ
ਮੋਕਸ਼ ਇਹ ਗੁਰੂ ਸਾਹਿਬ ਜੀ ਹੀ ਪਾਸੋਂ ਪ੍ਰਾਪਤ ਹੁੰਦਾ। ਤੇ ਇਸ ਮੁਕਤੀ ਨੂੰ ਪ੍ਰਾਪਤ ਕਰਕੇ ਜਗਿਆਸੂ ਪਰਮਾਤਮਾ ਨਾਲ ਇੱਕ ਰੂਪ ਹੋ ਕੇ ਉਹਦੇ ਵਿੱਚ ਅਭੇਦ ਹੋ ਜਾਂਦੇ ਨੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਭਾਵ ਜਿਉਂ ਜਲ ਮੈਂ ਜਲ ਪੈਸ ਨਾ ਨਿਕਸੈ, ਤਿਉਂ ਤੁਰ ਮਿਲਿਓ ਜਲਾਹੋ। ਜਿਸ ਤਰ੍ਹਾਂ ਜਲ ਵਿੱਚ ਪੈ ਕੇ ਜਲ ਵੱਖਰਾ ਨਹੀਂ ਹੁੰਦਾ, ਇਸ ਪ੍ਰਕਾਰ ਦੇ ਅਭਿਮਾਨ ਵੱਲੋਂ ਧੁਰ ਕਈਏ ਢਲ ਕੇ ਕਬੀਰ ਸਾਹਿਬ ਕਹਿੰਦੇ ਆ ਕਿ ਵਿੱਚ ਜੋ ਲਾਹਾ ਰੂਪ ਪਰਮੇਸ਼ਰ ਹੈ, ਇਹ ਜੁਲਾਹਾ ਉਸ ਵਿੱਚ ਮਿਲ ਗਿਆ। ਇਸ ਪ੍ਰਕਾਰ ਐਸਾ ਕੇਵਲ ਮੋਕਸ਼ ਰੂਪ ਸਤਿਗੁਰਾਂ ਦੇ ਪਾਸੋਂ ਹੀ ਪ੍ਰਾਪਤ ਹੁੰਦਾ ਹੈ। ਪੂਰੇ ਗੁਰੂ ਦੀ ਪ੍ਰਾਪਤੀ ਨੇ ਹੀ ਸਾਡਾ ਬੇੜਾ ਜਿਹੜਾ ਵਾ ਜੀ ਪਾਰ ਲੰਘਾਉਣਾ ਹੈ। ਜਿਹੜਾ ਖੁਦ ਮੁਕਤਾ, ਖੁਦ ਆ ਪਦਾਰਥਾਂ ਦੇ ਮੋਹ ਤੋਂ ਪਰੇ ਆ, ਉਹੀ ਸਾਨੂੰ ਪਦਾਰਥਾਂ ਤੋਂ ਮੁਕਤ ਕਰ ਸਕਦਾ, ਉਹੀ ਸਾਨੂੰ ਪਾਰ ਲੰਘਾ ਸਕਦਾ। ਸੋ 5-10 ਮਿੰਟ ਜ਼ਰੂਰ ਜੁੜੀਏ ਜੀ ਉਹਦੀ ਯਾਦ ਵਿੱਚ, ਰੱਬ ਰੱਬ ਜ਼ਰੂਰ ਕਰੀਏ ਆਥਣ ਤੜਕੀ, ਜਿੰਨਾ ਕੁ ਸਮਾਂ ਹੋ ਸਕਦਾ ਹੈ। ਨਾਮ ਦੀ ਦਾਤ ਅੰਦਰ ਵਸੇਗੀ, ਫਿਰ ਕਿਤੇ ਮੁਕਤਾ ਪ੍ਰਾਪਤ ਹੋਣਾ। ਗੁਰੂ ਦੇ ਸ਼ਬਦ ਦੇ ਵਿੱਚੋਂ ਹੀ ਸਾਨੂੰ ਗਿਆਨ ਹੋਣਾ, ਚੰਗੇ ਮਾੜੇ ਦੀ ਪਰਖ ਹੋਏਗੀ, ਵਿਵੇਕ ਬੁੱਧ ਪ੍ਰਾਪਤ ਹੋਣੀ ਆ ਗੁਰੂ ਦੀ ਬਾਣੀ ਚੋਂ। ਆਓ ਜੀ ਭੁੱਲਾਂ ਤੋਂ ਖਿਮਾ, ਇੱਥੇ ਸਮਾਪਤੀ ਹੈ। ਰਹਿੰਦੀਆਂ ਵਿਚਾਰਾਂ ਅੱਗੇ ਵਿਚਾਰਾਂਗੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ। ਚੰਗਿਆਈਆਂ ਵਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।